नमस्कार, मैं अजय जग्गी वोकेशनल ट्रेनर रिਟੇਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਲਟੀ ਥਾਨ ਸਿੰਘ ਜਲੰਧਰ ਵਿਖੇ ਸੇਵਾ ਨਿਭਾ ਰਿਹਾ ਹਾਂ। ਬੇਟਾ ਸਾਡਾ ਅੱਜ ਦਾ ਟੌਪਿਕ ਹੈਗਾ ਗੁੱਡਸ ਐਂਡ ਕਲਾਸੀਫਿਕੇਸ਼ਨ ਆਫ ਗੁੱਡਸ, ਭਾਵ ਵਸਤੂਆਂ ਅਤੇ ਵਸਤੂਆਂ ਦੀਆਂ ਸ਼੍ਰੇਣੀਆਂ। ਚਲੋ ਬੇਟਾ ਅਸੀਂ ਅੱਜ ਦਾ ਆਪਣਾ ਟੌਪਿਕ ਸ਼ੁਰੂ ਕਰਦੇ ਹਾਂ। ਡੈਫੀਨੇਸ਼ਨ ਆਫ ਗੁੱਡਸ, ਵਸਤੂਆਂ ਮਤਲਬ ਪਰਿਭਾਸ਼ਾ। ਵਸਤੂਆਂ ਦੀ ਪਰਿਭਾਸ਼ਾ ਕੀ ਹੈ, ਵਸਤੂਆਂ ਕੀ ਹਨ। ਜੋ ਪਰਿਭਾਸ਼ਾ ਹੈ ਵਸਤੂਆਂ ਦੀ ਕੀ ਹੈਗੀ ਹੈ, ਅਸੀਂ ਪੜ੍ਹਦੇ ਹਾਂ। ਅਰਥ ਸ਼ਾਸਤਰ ਵਿੱਚ ਵਸਤਾਂ ਉਹ ਸਮੱਗਰੀ ਹੁੰਦੀਆਂ ਹਨ ਜੋ ਮਨੁੱਖ ਦੀਆਂ ਇੱਛਾਵਾਂ ਪੂਰੀਆਂ ਕਰਦੀਆਂ ਹਨ ਅਤੇ ਉਪਯੋਗਤਾ ਪ੍ਰਦਾਨ ਕਰਦੀਆਂ ਹਨ। ਉਦਾਹਰਨ ਲਈ ਇੱਕ ਖਪਤਕਾਰ ਨੂੰ ਉਤਪਾਦ ਜਾਂ ਵਸਤਾਂ ਦੀ ਖਰੀਦ ਸੰਤੁਸ਼ਟੀ ਦਿੰਦੀ ਹੈ। ਵਸਤੂਆਂ ਅਖਵਾਉਂਦੀਆਂ ਹਨ। ਬੇਟਾ ਅੱਗੇ ਜਿਹੜੀ ਵਸਤੂ ਹੈ ਦੋ ਕਾइंड ਦੀਆਂ ਹੈ, ਟੂ ਕਾइंड्स ਆਫ ਗੁੱਡਸ ਹੁੰਦੀਆਂ। ਦੇਰ ਆਰ ਟੂ ਕਾइंड्स ਆਫ ਗੁੱਡਸ। ਫਸਟ ਹੈਗੀਆਂ ਇਕਨੋਮਿਕਲ ਗੁੱਡਸ, ਭਾਵ ਆਰਥਿਕ ਵਸਤੂਆਂ। ਸੈਕਿੰਡ ਹੈਗੀਆਂ ਫ੍ਰੀ ਗੁੱਡਸ ਜਾਂ ਨੋਨ ਇਕਨੋਮਿਕਲ ਗੁੱਡਸ, ਭਾਵ ਮੁਫਤ ਵਸਤੂਆਂ। ਅਤੇ ਅੱਗੇ ਇਹਨਾਂ ਦੀ ਅਸੀਂ ਡਿਟੇਲਿੰਗ ਪੜ੍ਹਾਂਗੇ, ਠੀਕ ਹੈ ਬੇਟਾ। ਵਸਤੂਆਂ ਕੀ ਹੈਗੀਆਂ, ਵਸਤੂਆਂ ਉਹ ਹੈਗੀਆਂ ਜਿਹੜੀਆਂ ਮਨੁੱਖ ਨੂੰ ਚਾਹੀਦੀਆਂ ਹੁੰਦੀਆਂ, ਮਨੁੱਖ ਦੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਹੈਗੀਆਂ, ਜਿਵੇਂ ਰੋਟੀ, ਕੱਪੜਾ, ਹਵਾ, ਪਾਣੀ ਆਦਿ। ਇਹ ਸਾਰੀਆਂ ਵਸਤੂਆਂ ਦੀਆਂ ਹੀ ਸ਼੍ਰੇਣੀਆਂ ਹਨ। ਚਲੋ ਬੇਟਾ ਅਸੀਂ ਹੁਣ ਪੜ੍ਹਦੇ ਹਾਂ ਇਕਨੋਮਿਕਲ ਗੁੱਡਸ, ਭਾਵ ਆਰਥਿਕ ਵਸਤੂਆਂ ਕੀ ਹਨ। ਬੇਟਾ ਵਸਤੂਆਂ ਹੀ ਹੈਗੀਆਂ, ਇਹਨੂੰ ਆਰਥਿਕ ਵਸਤੂਆਂ ਕਿਉਂ ਕਿਹਾ ਜਾਂਦਾ ਇਹ ਮੈਂ ਤੁਹਾਨੂੰ ਹੁਣ ਦੱਸਾਂਗਾ। ਆਰਥਿਕ ਵਸਤੂਆਂ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਨੂੰ ਖਰੀਦਣ ਲਈ, ਪ੍ਰਾਪਤ ਕਰਨ ਲਈ ਮਨੁੱਖ ਨੂੰ, ਖਪਤਕਾਰ ਨੂੰ ਕਿਹਦੀ ਲੋੜ ਪੈਂਦੀ ਹੈ, ਪੈਸੇ ਦੀ, ਧਨ ਦੀ ਲੋੜ ਪੈਂਦੀ ਹੈਗੀ ਹੈ। ਇਸ ਲਈ ਇਹਨਾਂ ਨੂੰ ਆਰਥਿਕ ਵਸਤੂਆਂ ਕਿਹਾ ਜਾਂਦਾ ਹੈ, ਇਕਨੋਮਿਕਲ ਗੁੱਡਸ ਕਿਹਾ ਜਾਂਦਾ ਹੈ। ਭਾਵ ਜਿਨ੍ਹਾਂ ਵਸਤੂਆਂ ਨੂੰ ਪ੍ਰਾਪਤ ਕਰਨ ਲਈ ਪੈਸਿਆਂ ਦੀ, ਧਨ ਦੀ ਲੋੜ ਪੈਂਦੀ ਹੈ, ਉਹਨਾਂ ਨੂੰ ਆਰਥਿਕ ਵਸਤੂਆਂ ਕਿਹਾ ਜਾਂਦਾ ਹੈ। ਜਿਵੇਂ ਰੋਟੀ ਦੇ ਵਿੱਚ ਆਟਾ ਆ ਜਾਂਦੀ ਹੈ, ਸਬਜ਼ੀ ਆ ਜਾਂਦੀ, ਫਰੂਟਸ ਆ ਜਾਂਦਾ, ਦੁੱਧ ਆ ਜਾਂਦਾ, ਦਹੀਂ ਆ ਜਾਂਦਾ, ਆਇਲ ਆ ਜਾਂਦਾ, ਠੀਕ ਹੈ। ਇਹ ਸਾਰੀਆਂ ਆਰਥਿਕ ਵਸਤੂਆਂ ਦੀ ਸ਼੍ਰੇਣੀ ਵਿੱਚ ਆ ਜਾਂਦੀਆਂ। ਬੇਟਾ ਦੂਸਰਾ ਸੀਗਾ ਫ੍ਰੀ ਗੁੱਡਸ, ਜਿਨ੍ਹਾਂ ਨੂੰ ਅਸੀਂ ਨੋਨ ਇਕਨੋਮਿਕਲ ਗੁੱਡਸ ਵੀ ਕਹਿੰਦੇ ਹਾਂ, ਭਾਵ ਮੁਫਤ ਵਸਤੂਆਂ। ਬੇਟਾ ਮੁਫਤ ਵਸਤੂਆਂ ਉਹ ਹੁੰਦੀਆਂ ਜਿਹੜੀਆਂ ਅਸੀਮਤ ਮਾਤਰਾ ਦੇ ਵਿੱਚ, ਬਹੁਤ ਜ਼ਿਆਦਾ ਮਾਤਰਾ ਵਿੱਚ ਉਪਲਬਧ ਹੁੰਦੀਆਂ, ਉਹਨਾਂ ਨੂੰ ਕੀ ਕਿਹਾ ਜਾਂਦਾ, ਜਿਵੇਂ ਕਿ ਪਾਣੀ, ਹਵਾ ਬਹੁਤ ਵੱਡੀ ਮਾਤਰਾ ਵਿੱਚ ਉਪਲਬਧ ਹੈਗਾ ਅਤੇ ਇਹ ਅਸੀਂ ਮਨੁੱਖ ਨੂੰ ਬਿਨਾਂ ਕਿਸੇ ਖਾਸ ਕੋਸ਼ਿਸ਼ ਦੇ ਮਿਲ ਜਾਂਦਾ ਹੈ। ਇਸ ਲਈ ਇਹਨਾਂ ਨੂੰ ਅਸੀਂ ਫ੍ਰੀ ਗੁੱਡਸ ਕਹਿੰਦੇ ਹਾਂ। ਇਹਨਾਂ ਨੂੰ ਸਾਨੂੰ ਪਾਉਣ ਲਈ ਪੈਸੇ ਜਾਂ ਧਨ ਦੀ ਲੋੜ ਨਹੀਂ ਹੁੰਦੀ ਹੈ, ਇਸ ਲਈ ਇਹਨਾਂ ਨੂੰ ਮੁਫਤ ਵਸਤੂਆਂ ਅਰਥਾਤ ਨੋਨ ਇਕਨੋਮਿਕਲ ਗੁੱਡਸ ਜਾਂ ਫ੍ਰੀ ਗੁੱਡਸ ਕਿਹਾ ਜਾਂਦਾ ਹੈ। ਬੇਟਾ ਸਾਡਾ ਜੋ ਮੇਨ ਟੌਪਿਕ ਸੀਗਾ ਕੀ ਸੀਗਾ, ਟਾਈਪ ਆਫ ਗੁੱਡਸ, ਭਾਵ ਵਸਤੂਆਂ ਦੀਆਂ ਸ਼੍ਰੇਣੀਆਂ ਜਾਂ ਕਿਸਮਾਂ। ਬੇਟਾ ਟਾਈਪ ਆਫ ਗੁੱਡਸ, ਟੂ ਟਾਈਪ ਆਫ ਗੁੱਡਸ ਹੁੰਦੀਆਂ ਹੈ, ਕਿਹੜਾ ਫਸਟ ਹੈਗਾ ਕੰਜ਼ਿਊਮਰ ਗੁੱਡਸ, ਸੈਕਿੰਡ ਹੈਗਾ ਇੰਡਸਟਰੀਅਲ ਗੁੱਡਸ। ਕੰਜ਼ਿਊਮਰ ਗੁੱਡਸ ਜਿਨ੍ਹਾਂ ਨੂੰ ਅਸੀਂ ਖਪਤਕਾਰੀ ਵਸਤੂਆਂ ਕਹਿੰਦੇ ਹਾਂ। ਖਪਤਕਾਰੀ ਵਸਤੂ ਮਤਲਬ ਇਹਨਾਂ ਸਾਰੀਆਂ ਵਸਤੂਆਂ ਜੋ ਲਿਸਟ ਤੁਹਾਡੇ ਸਾਹਮਣੇ ਲੈਫਟ ਸਾਈਡ ਬਣੀ ਹੋਈ ਹੈ ABCDEF, ਭਾਵ A ਤੋਂ ਲੈ ਕੇ F ਤੱਕ ਜਿਹੜੀ ਲਿਸਟ ਆਫ ਗੁੱਡਸ ਹੈਗੀਆਂ ਉਹ ਸਾਰੀਆਂ ਕਿਸ ਕੈਟਾਗਰੀ ਦੇ ਵਿੱਚ ਆਉਣਗੀਆਂ, ਖਪਤਕਾਰੀ ਵਸਤੂ ਦੀ ਸੂਚੀ ਵਿੱਚ ਆਉਣਗੀਆਂ, ਕੰਜ਼ਿਊਮਰ ਗੁੱਡਸ ਦੇ ਵਿੱਚ ਆਉਣਗੀਆਂ। ਕੰਜ਼ਿਊਮਰ ਗੁੱਡਸ ਉਹ ਗੁੱਡਸ ਹੁੰਦੀਆਂ, ਖਪਤਕਾਰੀ ਵਸਤੂਆਂ ਉਹ ਵਸਤੂਆਂ ਹੁੰਦੀਆਂ ਜਿਨ੍ਹਾਂ ਦੀ ਵਰਤੋਂ ਗਾਹਕ, ਖਪਤਕਾਰ ਕਰਦਾ ਡਾਇਰੈਕਟਲੀ,
ਓਕੇ, ਉਹਨਾਂ ਨੂੰ ਖਪਤਕਾਰੀ ਵਸਤੂਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ। ਦੂਸਰਾ ਹੈਗੀਆਂ ਇੰਡਸਟਰੀਅਲ ਗੁੱਡਸ, ਉਦਯੋਗਿਕ ਵਸਤੂਆਂ। ਉਦਯੋਗਿਕ ਵਸਤੂਆਂ ਉਹ ਵਸਤੂਆਂ ਹੁੰਦੀਆਂ ਜਿਹੜੀਆਂ ਵੱਡੇ ਵੱਡੇ ਉਦਯੋਗਾਂ ਦੇ ਵਿੱਚ, ਫੈਕਟਰੀਆਂ ਦੇ ਵਿੱਚ, ਔਰਗਨਾਈਜੇਸ਼ਨ ਦੇ ਵਿੱਚ ਜਿਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਨੂੰ ਉਦਯੋਗਿਕ ਵਸਤੂਆਂ ਜਾਂ ਇੰਡਸਟਰੀਅਲ ਗੁੱਡਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬੇਟਾ ਕੰਜ਼ਿਊਮਰ ਗੁੱਡਸ ਦੀ ਕੈਟਾਗਰੀ ਦੇ ਵਿੱਚ ਅਸੀਂ ਪੜ੍ਹਾਂਗੇ ਕਨਵੀਨੀਅੰਸ ਗੁੱਡਸ ਜਾਂ ਕਨਵੀਨੀਅੰਸ ਕੰਜ਼ਿਊਮਰ ਗੁੱਡਸ। ਸੈਕਿੰਡ ਹੈਗਾ ਸ਼ੋਪਿੰਗ ਕੰਜ਼ਿਊਮਰ ਗੁੱਡਸ। ਥਰਡ ਹੈਗਾ ਸਪੈਸ਼ਲਿਟੀ ਕੰਜ਼ਿਊਮਰ ਗੁੱਡਸ। ਫੋਰਥ ਹੈਗਾ ਅਨਸਾਊਟ ਕੰਜ਼ਿਊਮਰ ਗੁੱਡਸ। ਫਿਫਥ ਹੈਗਾ ਡਿਊਰੇਬਲ ਕੰਜ਼ਿਊਮਰ ਗੁੱਡਸ। ਐਂਡ ਲਾਸਟ ਵਨ ਸਿਕਸਥ ਹੈਗਾ ਸੈਮੀ ਡਿਊਰੇਬਲਸ ਐਂਡ ਨੋਨ ਡਿਊਰੇਬਲ ਕੰਜ਼ਿਊਮਰ ਗੁੱਡਸ। ਓਕੇ, ਇਹ ਸਾਰੇ ਅਸੀਂ ਅੱਗੇ ਪੜ੍ਹਾਂਗੇ। ਉੱਦਾਂ ਹੀ ਅਸੀਂ ਜੋ ਇੰਡਸਟਰੀਅਲ ਗੁੱਡਸ ਦੀ ਕੈਟਾਗਰੀਜ਼ ਹੈਗੀਆਂ, ਮਟੀਰੀਅਲਸ ਐਂਡ ਪਾਰਟਸ, ਕੈਪੀਟਲ ਗੁੱਡਸ, ਸਪਲਾਈਜ਼, ਇੰਡਸਟਰੀਅਲ ਸਰਵਿਸਿਜ਼, ਇਹਨਾਂ ਨੂੰ ਜਾਣਨ ਦੀ, ਸਮਝਣ ਦੀ ਕੋਸ਼ਿਸ਼ ਕਰਾਂਗੇ। ਚਲੋ, ਸਭ ਤੋਂ ਪਹਿਲਾਂ ਅਸੀਂ ਕੀ ਪੜ੍ਹਾਂਗੇ? ਕੰਜ਼ਿਊਮਰ ਗੁੱਡਸ ਦੇ ਪਾਰਟ ਪੜ੍ਹਾਂਗੇ। ਪਹਿਲਾਂ ਉਹਨਾਂ ਦੇ ਵਿੱਚ ਕੈਟਾਗਰੀ ਕਿਹੜੀ ਸੀਗੀ? ਕਨਵੀਨੀਅੰਸ ਕੰਜ਼ਿਊਮਰ ਗੁੱਡਸ। ਕੰਜ਼ਿਊਮਰ ਗੁੱਡਸ ਦੀ ਹੀ ਇੱਕ ਜਿਹੜੀ ਕੈਟਾਗਰੀ ਹੈ, ਕਿਹੜੀ ਹੈ? ਕਨਵੀਨੀਅੰਸ ਗੁੱਡਸ। ਕਨਵੀਨੀਅੰਸ ਗੁੱਡਸ ਬੇਟਾ ਕੀ ਹੁੰਦੀਆਂ? ਜਿਨ੍ਹਾਂ ਨੂੰ ਅਸੀਂ ਸੁਖਾਲੀਆਂ ਵਸਤੂਆਂ ਕਹਿੰਦੇ ਹਾਂ ਜਾਂ ਸੁਖਾਲੀਆਂ ਖਪਤਕਾਰੀ ਵਸਤੂਆਂ ਦੇ ਨਾਮ ਨਾਲ ਜਾਣਦੇ ਹਾਂ। ਬੇਟਾ ਇਹ ਜਿਹੜੀਆਂ ਵਸਤੂਆਂ ਸਾਨੂੰ ਸਾਡੇ ਰੋਜ਼ਾਨਾ ਖਪਤ ਵਿੱਚ ਇੱਕ ਇਹਨਾਂ ਦੀ ਖਾਸ ਅਹਿਮੀਅਤ ਹੈ ਅਤੇ ਇਹ ਸਾਨੂੰ ਖਾਸ ਕੋਸ਼ਿਸ਼ ਕੀਤੇ ਬਿਨਾਂ ਮਿਲ ਜਾਂਦੀਆਂ ਮਾਰਕੀਟ ਦੇ ਵਿੱਚੋਂ, ਜਿਨ੍ਹਾਂ ਦੇ ਵਿੱਚ ਰੋਟੀ, ਮੱਖਣ, ਦੁੱਧ, ਘਿਓ, ਆਂਡਾ, ਬਰੈਡ ਜਾਂ ਠੰਡੇ ਦੀ ਬੋਤਲ, ਚਾਕਲੇਟ, ਆਲੂ ਚਿਪਸ, ਆਈਸਕ੍ਰੀਮ ਆਦਿ ਹੁੰਦੀਆਂ ਹਨ। ਬੇਟਾ ਜਿਹੜੀਆਂ ਵਸਤੂਆਂ ਸਾਨੂੰ ਡੇਲੀ ਨੀਡ ਦੇ ਵਿੱਚ, ਜ਼ਰੂਰਤ ਵਿੱਚ ਇੱਕ ਅਹਿਮ ਹਿੱਸਾ ਪਾਉਂਦੀ, ਇਹ ਤਾਂ ਸਾਨੂੰ ਚਾਹੀਦੀ। ਬਟ ਵਿੱਚ ਮੈਂ ਤੁਹਾਨੂੰ ਬੋਲਿਆ ਹੋਵੇਗਾ ਕਿ ਆਲੂ ਦੇ ਚਿਪਸ ਹੈਗੇ, ਚਾਕਲੇਟ ਹੈਗੀ ਹੈ, ਠੰਡੇ ਦੀ ਬੋਤਲ ਲਿਮਕਾ, ਕੋਕ ਜਾਂ ਦੂਸਰੀ ਕੋਈ ਜੂਸ ਦੀ ਬੋਤਲ ਹੈਗੀ ਹੈ ਜਾਂ ਆਈਸਕ੍ਰੀਮ ਹੈਗੀ ਹੈ, ਇਹਨਾਂ ਤੋਂ ਬਿਨਾਂ ਅਸੀਂ ਜੀ ਸਕਦੇ ਹਾਂ। ਬਟ ਇਹਨਾਂ ਨੂੰ ਅਸੀਂ ਕਿਉਂ ਖਰੀਦ ਕਰਦੇ ਹਾਂ? ਕਿ ਅਸੀਂ ਲਾਲਚ ਦੇ ਵਿੱਚ, ਆਵੇਗ ਦੇ ਵਿੱਚ ਆ ਕੇ, ਉਕਸਾਹਟ ਦੇ ਵਿੱਚ ਆ ਕੇ ਉਹਨਾਂ ਦੀ ਖਰੀਦ ਕਰ ਲੈਂਦੇ ਆ। ਜੇ ਅਸੀਂ ਉਹ ਨਹੀਂ ਵੀ ਖਾਈਏ ਪੀਏ ਤਾਂ ਵੀ ਅਸੀਂ ਜੀ ਸਕਦੇ ਹਾਂ। ਬਟ ਜੋ ਡੇਲੀ ਨੀਡਸ ਦੀਆਂ ਵਸਤੂਆਂ, ਰੋਟੀ ਹੈ, ਬਰੈਡ ਹੈ, ਅੰਡਾ ਹੈ, ਸਬਜ਼ੀਆਂ ਹੈ, ਫਲ ਹੈ, ਫਰੂਟ ਹੈ, ਓਇਲ ਹੈ, ਸਰਫ ਹੈ, ਕੱਪੜੇ ਧੋਣ ਵਾਲਾ ਸਾਬਣ, ਸੋਡਾ ਆਦਿ, ਕੋਲਗੇਟ, ਬਰਸ਼, ਇਹ ਤਾਂ ਸਾਨੂੰ ਡੇਲੀ ਚਾਹੀਦਾ ਹੀ ਚਾਹੀਦਾ। ਇਹਨਾਂ ਤੋਂ ਬਿਨਾਂ ਅਸੀਂ ਲਾਈਫ ਸਰਵਾਈਵ ਨਹੀਂ ਕਰ ਸਕਦੇ। ਇਸ ਲਈ ਇਹ ਕਨਵੀਨੀਅੰਸ ਗੁੱਡਸ ਦੇ ਵਿੱਚ ਆਉਂਦੇ ਨੇ। ਇਹ ਆਉਂਦੇ ਆ ਸੁਖਾਲੀਆਂ ਖਪਤਕਾਰੀ ਵਸਤੂਆਂ ਦੇ ਵਿੱਚ ਆਉਂਦੇ ਨੇ। ਠੀਕ ਹੈ ਬੱਚੇ। ਬੇਟਾ ਨੈਕਸਟ ਸਾਡਾ ਕੀ ਹੈਗਾ? ਸ਼ੋਪਿੰਗ ਗੁੱਡਸ। ਸ਼ੋਪਿੰਗ ਗੁੱਡਸ ਦੇ ਵਿੱਚ ਕੀ ਆਉਣਗੇ? ਜਿਨ੍ਹਾਂ ਨੂੰ ਅਸੀਂ ਕੀ ਕਹਾਂਗੇ? ਖਰੀਦਦਾਰੀ ਖਪਤਕਾਰੀ ਵਸਤੂਆਂ। ਸ਼ੋਪਿੰਗ ਗੁੱਡਸ, ਖਰੀਦਦਾਰੀ ਗੁੱਡਸ, ਖਰੀਦਦਾਰੀ ਵਸਤੂਆਂ ਜਾਂ ਸ਼ੋਪਿੰਗ ਕੰਜ਼ਿਊਮਰ ਗੁੱਡਸ ਕਹਾਂਗੇ। ਬੇਟਾ ਇਹਦੇ ਵਿੱਚ ਕੀ ਲਿਖਿਆ? ਧਿਆਨ ਨਾਲ ਪੜ੍ਹੋ। ਸ਼ੋਪਿੰਗ ਗੁੱਡਸ ਆਰ ਪਰਚੇਸਡ ਆਫਟਰ ਕੰਪੈਰੀਜ਼ਨ ਫਾਰ ਪ੍ਰਾਈਸ, ਸਟਾਈਲ, ਕੁਆਲਿਟੀ, ਕਲਰ ਐਂਡ ਦਾ ਲਾਈਕ ਐਟਸੈਕਟਰਾ ਐਟਸੈਕਟਰਾ। ਐਗਜ਼ਾਮਪਲ ਦਿੱਤੀ ਹੋਈ ਹੈ ਉਹਨਾਂ ਨੇ ਰੈਡੀਮੇਡ ਗਾਰਮੈਂਟਸ ਦੀ। ਮਤਲਬ ਜਿਹੜੇ ਰੈਡੀਮੇਡ ਕੱਪੜੇ ਹੈਗੇ ਨੇ ਉਹਨਾਂ ਦੀ ਇੱਕ ਉਦਾਹਰਨ ਦਿੱਤੀ ਹੋਈ ਹੈ ਕਿ ਅਸੀਂ ਕੋਈ ਭਾਵੇਂ ਫੀਮੇਲ ਪਰਸਨ ਹੈ ਜਾਂ ਮੇਲ ਪਰਸਨ ਹੈ, ਸ਼ੋਪਿੰਗ ਕਰਨ ਦੇ ਲਈ ਕਿਸੇ ਦੁਕਾਨ 'ਤੇ, ਸਟੋਰ 'ਤੇ ਚਲਾ ਜਾਂਦਾ ਹੈ। ਔਰਗਨਾਈਜ਼ਡ ਸਟੋਰ 'ਤੇ ਚਲਾ ਜਾਂਦਾ ਹੈ ਜਾਂ ਅਨਔਰਗਨਾਈਜ਼ਡ, ਬਟ ਅਸੀਂ ਮੰਨ ਲੈਂਦੇ ਹਾਂ ਕਿ ਔਰਗਨਾਈਜ਼ਡ ਰਿਟੇਲ ਸਟੋਰ 'ਤੇ ਚਲਾ ਜਾਂਦਾ। ਅਤੇ ਉਹਨਾਂ ਨੇ ਇੱਕ ਲੈਣਾ ਪੈਂਟ ਸ਼ਰਟ ਲੈਣੀ ਹੈ। ਪੈਂਟ ਸ਼ਰਟ ਤੋਂ ਲੈਣ ਤੋਂ ਪਹਿਲਾਂ ਉਹਦੀ ਕੀਮਤ ਜਾਂਚੇਗਾ, ਉਹ ਬ੍ਰੈਂਡ ਕਿਹੜਾ, ਉਹਦੀ ਕੁਆਲਿਟੀ ਕਿੱਦਾਂ ਦੀ ਹੈ, ਕਲਰ ਕਿੱਦਾਂ ਦਾ ਉਹਦਾ, ਇਹ ਸਾਰੀ ਚੀਜ਼ਾਂ ਜਾਂਚਣ ਤੋਂ ਬਾਅਦ ਉਹ ਫਿਰ ਉਹ ਵਸਤੂ ਦੀ ਖਰੀਦ ਕਰਦਾ। ਮਤਲਬ ਉਹ ਵਸਤੂਆਂ ਜਿਨ੍ਹਾਂ ਦੀ ਖਰੀਦ ਕਰਨ ਤੋਂ ਪਹਿਲਾਂ ਗਾਹਕ, ਖਪਤਕਾਰ ਕਾਫੀ ਸੋਚ ਵਿਚਾਰ ਕਰਦਾ ਹੈ। ਉਹਨਾਂ ਦੀ ਕੀਮਤ ਦੇ ਪ੍ਰਤੀ, ਉਹਨਾਂ ਦੇ ਬ੍ਰੈਂਡ ਮਾਰਕੇ ਦੇ ਪ੍ਰਤੀ, ਸ਼ਕਲ ਸੂਰਤ, ਸਟਾਈਲ, ਕੁਆਲਿਟੀ, ਕਲਰ ਦੇ ਪ੍ਰਤੀ ਕਾਫੀ ਜਾਣਕਾਰੀ ਇਕੱਠੀ ਕਰਦਾ। ਇਕੱਠੀ ਕਰਨ ਤੋਂ ਬਾਅਦ ਉਹਨਾਂ ਵਸਤੂ ਨੂੰ ਖਰੀਦਣ ਵਿੱਚ, ਉਹਨਾਂ ਵਸਤੂ ਦੀ ਖਰੀਦ ਕਰਦਾ ਹੈ। ਠੀਕ ਹੈ ਬੇਟਾ, ਇਹ ਸਾਰੇ ਕਿਹਦੇ ਵਿੱਚ ਆ ਜਾਣਗੇ?
ਸ਼ੋਪਿੰਗ ਗੁੱਡਸ ਦੇ ਵਿੱਚ ਮਤਲਬ ਖਰੀਦਦਾਰੀ ਖਪਤਕਾਰੀ ਵਸਤੂਆਂ ਦੇ ਵਿੱਚ ਆਉਣਗੇ। ਉੱਦਾਂ ਹੀ ਅਸੀਂ ਫਰਨੀਚਰ ਲੈਣ ਜਾਂਦੇ ਹਾਂ, ਸ਼ੂਜ਼ ਲੈਣ ਜਾਂਦੇ ਹਾਂ, ਇਹ ਸਭ ਅਸੀਂ ਸੋਚ ਵਿਚਾਰ ਕਰਕੇ ਫਿਰ ਉਸ ਵਸਤੂ ਦੀ ਖਰੀਦ ਕਰਦੇ ਹਾਂ। ਬੇਟਾ ਥਰਡ ਸਾਡਾ ਕੀ ਆ ਜਾਂਦਾ ਹੈ, ਸਪੈਸ਼ਲਿਟੀ ਗੁੱਡਸ। ਸਪੈਸ਼ਲ ਸ਼ਬਦ ਹੀ ਇੱਕ ਸਪੈਸ਼ਲ ਹੈ, ਠੀਕ ਹੈ। ਇਹਦੇ ਤੋਂ ਸਾਨੂੰ ਪਤਾ ਚੱਲ ਰਿਹਾ ਹੋਵੇਗਾ ਸਪੈਸ਼ਲਿਟੀ ਗੁੱਡਸ ਕੀ ਹੁੰਦੀ। ਸਪੈਸ਼ਲਿਟੀ ਕੰਜ਼ਿਊਮਰ ਗੁੱਡਸ, ਉਹ ਜਿਹੜੇ ਕੰਜ਼ਿਊਮਰ ਗੁੱਡਸ ਜਿਹੜੇ ਸਪੈਸ਼ਲ ਨੇ, ਖਾਸ ਨੇ, ਇਹਨਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਖਾਸ ਖਪਤਕਾਰੀ ਵਸਤੂਆਂ ਬੋਲਾਂਗੇ, ਠੀਕ ਹੈ। ਸਪੈਸ਼ਲਿਟੀ ਕੰਜ਼ਿਊਮਰ ਗੁੱਡਸ ਉਹ ਗੁੱਡਸ ਹੋਣਗੇ ਜਿਨ੍ਹਾਂ ਦੀ ਕੁਛ ਯੂਨੀਕਨੈਸ, ਵਿਲੱਖਣਤਾ ਹੋਵੇਗੀ। ਕੰਜ਼ਿਊਮਰ ਇਜ਼ ਪ੍ਰਪੇਅਰ ਟੂ ਪੇ ਏ ਪ੍ਰੀਮੀਅਮ ਪ੍ਰਾਈਸ, ਅਤੇ ਉਹਨਾਂ ਨੂੰ ਖਰੀਦਣ ਦੇ ਲਈ ਕੰਜ਼ਿਊਮਰ ਨੂੰ ਇੱਕ ਪ੍ਰੀਮੀਅਮ ਪ੍ਰਾਈਸ ਪੇ ਕਰਨਾ ਪਏਗਾ। ਪ੍ਰਾਈਸ ਰੇਟ ਉਹਨਾਂ ਦੇ ਹਾਈ ਹੋਣਗੇ। ਉਹਨਾਂ ਦੇ ਵਿੱਚ ਬੱਚੇ ਕੀ ਆ ਜਾਂਦੇ, ਕਾਰਾਂ ਨਹੀਂ, ਖਾਸ ਕਾਰਾਂ, ਜਿਵੇਂ ਕਿ ਕੋਈ ਲਗਜ਼ਰੀ ਕਾਰ, ਓਕੇ। ਗਹਿਣੇ ਨਹੀਂ, ਖਾਸ ਗਹਿਣੇ, ਹੀਰੇ ਮੋਤੀ ਵਾਲੇ, ਜਵਾਹਰਾਤ। ਕੱਪੜੇ ਨਹੀਂ, ਜੋ ਸਪੈਸ਼ਲ ਫੰਕਸ਼ਨ 'ਤੇ, ਕਿਸੇ ਸ਼ਾਦੀ ਵਾਲੇ ਕੱਪੜੇ ਕਹਿ ਸਕਦੇ ਹਾਂ, ਸ਼ਾਦੀ ਵਾਲੇ ਕੱਪੜੇ। ਸਪੈਸ਼ਲ ਕਾਰ ਜਿਨ੍ਹਾਂ ਦੇ ਯੂਨੀਕ ਫੀਚਰਸ ਹੋਣ, ਉਹ ਸਾਰੇ ਵਸਤੂਆਂ ਜਿਨ੍ਹਾਂ ਦੇ ਵਿੱਚ ਕੋਈ ਵਿਲੱਖਣਤਾ ਹੋਵੇ, ਉਹ ਸਾਰੇ ਕਿਹਦੇ ਵਿੱਚ ਆਉਣਗੇ, ਸਪੈਸ਼ਲਿਟੀ ਗੁੱਡਸ ਦਾ ਹਿੱਸਾ ਹੋਣਗੇ। ਓਕੇ ਬੇਟਾ ਅੱਗੇ ਕੀ ਹੈ, ਅਨਸ਼ਾਊਟ ਗੁੱਡਸ, ਜਾਂ ਉਹਨਾਂ ਨੂੰ ਅਸੀਂ ਕੀ ਕਹਾਂਗੇ, ਅਨਸ਼ਾਊਟ ਮਤਲਬ ਅਣਚਾਹੀਆਂ ਖਪਤਕਾਰੀ ਵਸਤੂਆਂ, ਅਨਸ਼ਾਊਟ ਕੰਜ਼ਿਊਮਰ ਗੁੱਡਸ। ਬੇਟਾ ਧਿਆਨ ਨਾਲ ਪੜ੍ਹੋ ਕੀ ਲਿਖਿਆ ਹੋਇਆ, ਦੋਜ਼ ਗੁੱਡਸ ਦੈਟ ਕੰਜ਼ਿਊਮਰਸ ਡੂ ਨਾਟ ਨੋ ਔਰ ਡਸ ਨਾਟ ਥਿੰਕ ਆਫ ਬਾਇੰਗ, ਕਿ ਕੰਜ਼ਿਊਮਰ ਉਹਨਾਂ ਨੂੰ ਜ਼ਿਆਦਾ ਨਹੀਂ ਜਾਣਦਾ ਅਤੇ ਨਾ ਹੀ ਜਾਣਨ ਦੀ ਕੋਸ਼ਿਸ਼ ਕਰਦਾ ਹੈ, ਅਤੇ ਨਾ ਹੀ ਸੋਚਦਾ ਉਹਨਾਂ ਨੂੰ ਖਰੀਦਣ ਦੇ ਵਿੱਚ ਉਹਨਾਂ ਦੀ ਕੋਈ ਦਿਲਚਸਪੀ ਹੁੰਦੀ ਹੈਗੀ ਹੈ। ਉਹ ਪ੍ਰੋਡਕਟ ਜੋ ਗਾਹਕ ਨਾ ਚਾਹੁੰਦਾ ਹੋਏ ਵੀ ਉਹਨਾਂ ਨੂੰ ਖਰੀਦਣੇ ਪੈਂਦੇ ਨੇ, ਉਹਨਾਂ ਨੂੰ ਅਸੀਂ ਕੀ ਕਹਾਂਗੇ, ਅਨਸ਼ਾਊਟ ਕੰਜ਼ਿਊਮਰ ਗੁੱਡਸ, ਭਾਵ ਅਣਚਾਹੀਆਂ ਖਪਤਕਾਰੀ ਵਸਤੂਆਂ। ਉਹਨਾਂ ਦੇ ਵਿੱਚ ਕੀ ਆ ਜਾਣਗੇ, ਬੀਮੇ, ਨਿੱਜੀ ਅਤੇ ਵਾਹਨ ਬੀਮੇ ਆ ਜਾਣਗੇ, ਹੋਰ ਦਵਾਈਆਂ ਆ ਜਾਣਗੀਆਂ, ਇਨਸਾਈਕਲੋਪੀਡੀਆ ਆ ਜਾਏਗਾ ਆਦਿ, ਠੀਕ ਹੈ। ਤੁਹਾਡੇ ਕੋਲ ਬਾਈਕ ਹੋਵੇਗੀ, ਉਹਦਾ ਤੁਹਾਨੂੰ ਵਾਹਨ ਬੀਮਾ ਲੈਣਾ ਪੈਂਦਾ, ਇੰਸ਼ੋਰੈਂਸ ਕਰਵਾਉਣਾ ਪੈਂਦਾ। ਅਸੀਂ ਨਾ ਚਾਹੁੰਦੇ ਵੀ ਸਾਨੂੰ ਪੈਸੇ ਖਰਚ ਕਰਨੇ ਪੈਂਦੇ, ਭਾਵੇਂ ਅਸੀਂ ਚਾਲਾਨ ਤੋਂ ਡਰ ਕੇ ਕਰੀਏ ਜਾਂ ਦੁਰਘਟਨਾ ਤੋਂ ਉਹਦਾ ਕੁਛ ਕਲੇਮ ਲੈਣ ਵਾਸਤੇ ਤਾਂ ਕਰੀਏ, ਬਟ ਸਾਨੂੰ ਉਹ ਚੀਜ਼ ਨਾ ਚਾਹੁੰਦੇ ਹੋਏ ਵੀ ਲੈਣਾ ਪੈਂਦਾ ਹੈਗਾ। ਦੂਸਰੇ ਪਾਸੇ ਅਸੀਂ ਦਵਾਈਆਂ ਦੀ ਉਦਾਹਰਨ ਲੈ ਸਕਦੇ ਹਾਂ। ਦਵਾਈਆਂ, ਮੈਡੀਸਨ, ਕੋਈ ਚਾਹੁੰਦਾ ਥੋੜ੍ਹੀ ਕਿ ਕੋਈ ਬਿਮਾਰ ਹੋਵੇ, ਬਟ ਜਦੋਂ ਬਿਮਾਰ ਪੈ ਜਾਂਦਾ ਹੈ, ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਦਵਾਈਆਂ, ਮੈਡੀਸਨ ਦੀ ਖਰੀਦ ਕਰਨੀ ਪੈਂਦੀ ਹੈ। ਓਕੇ ਬੱਚੇ ਬੇਟਾ ਅੱਗੇ ਆ ਗਿਆ ਡਿਊਰੇਬਲਸ ਗੁੱਡਸ। ਡਿਊਰੇਬਲ ਗੁੱਡਸ ਕੀ ਹੈ, ਗੁੱਡਸ ਹੀ ਹੈਗੇ ਆ, ਕੰਜ਼ਿਊਮਰ ਗੁੱਡਸ ਹੀ ਹੈਗੇ ਆ, ਬਟ ਉਹਨਾਂ ਦੀ ਡਿਊਰੇਬਿਲਿਟੀ, ਉਹਨਾਂ ਦੀਆਂ ਮਿਆਦ ਕਿੰਨੀ ਹੈ, ਕਿੰਨਾ ਟਾਈਮ ਹੰਡੇਗੀ, ਇਹ ਦੱਸਣਗੀਆਂ। ਉਹਦੇ ਵਿੱਚ ਡਿਊਰੇਬਲ ਗੁੱਡਸ ਦੇ ਵਿੱਚ ਅਸੀਂ ਪੜ੍ਹਿਆ ਸੀਗਾ, ਡਿਊਰੇਬਲ ਗੁੱਡਸ ਹੋਣਗੇ, ਨੋਨ ਡਿਊਰੇਬਲ ਗੁੱਡਸ ਹੋਣਗੇ, ਅਤੇ ਸੈਮੀ ਡਿਊਰੇਬਲ ਗੁੱਡਸ ਹੋਣਗੇ। ਡਿਊਰੇਬਿਲਿਟੀ ਉਹਨਾਂ ਦੀ ਦੱਸੇਗੀ। ਡਿਊਰੇਬਲ ਗੁੱਡਸ ਕਿਹੜੇ ਹੋਣਗੇ, ਜਿਨ੍ਹਾਂ ਦੀ ਡਿਊਰੇਬਿਲਿਟੀ ਸਾਲਾਂ ਦੇ ਵਿੱਚ ਹੋਏਗੀ। ਉਹ ਕੁਛ ਸਾਲ, 4 ਸਾਲ, 5 ਸਾਲ, 7 ਸਾਲ, 10 ਸਾਲ, 12 ਸਾਲ, 15 ਸਾਲ ਚੱਲ ਸਕਦੇ ਆ। ਜਿਵੇਂ ਕਿ ਸਾਡਾ ਮੋਟਰਸਾਈਕਲ ਹੈ, TV ਹੈ, ਫਰਨੀਚਰ ਹੈ, LED ਹੈ, ਸਾਡੀ ਅਲਮੀਰਾ ਹੈ, ਵਾਸ਼ਿੰਗ ਮਸ਼ੀਨ ਹੈ, ਕਾਰ ਹੈ, ਬਾਈਕ ਹੈ, ਐਟਸੈਕਟਰਾ ਐਟਸੈਕਟਰਾ। ਇਹ ਜਾਂ ਸਾਡਾ ਇਹਦੇ ਵਿੱਚ ਕੀ ਕੀ ਲਿਖਿਆ ਹੋਇਆ, ਆਟੋਮੋਬਾਈਲ, ਬੁੱਕਸ, ਹਾਊਸ ਹੋਲਡ ਗੁੱਡਸ, ਅਪਲਾਈਸਿਸ ਆ ਜਾਂਦੇ ਆ, ਹੋਮ ਕੰਜ਼ਿਊਮਰ ਇਲੈਕਟ੍ਰੋਨਿਕਸ ਆ ਜਾਂਦਾ, ਫਰਨੀਚਰ ਆ ਜਾਂਦਾ, ਟੂਲਸ ਆ ਜਾਂਦੇ ਆ, ਸਪੋਰਟਸ ਇਕਵਿਪਮੈਂਟਸ ਆ ਜਾਂਦੇ ਆ, ਜਵੈਲਰੀ ਆ ਜਾਂਦੀ ਹੈ, ਮੈਡੀਕਲ ਇਕਵਿਪਮੈਂਟਸ ਆ ਜਾਂਦੇ ਆ, ਜਾਂ ਟੋਇਜ਼ ਆ ਜਾਂਦੇ ਆ, ਠੀਕ ਹੈ। ਇਹ ਸਾਰੀ ਕੈਟਾਗਰੀ ਕਿਹਦੀ ਆਏਗੀ, ਡਿਊਰੇਬਲ ਗੁੱਡਸ ਆਏਗੀ, ਡਿਊਰੇਬਲ ਹੋਏਗੀ। ਇਹਨਾਂ ਦੀ ਜੋ ਹੰਢਣਸਾਰ ਦੀ ਆਧਾਰ 'ਤੇ ਜ਼ਿਆਦਾ ਟਾਈਮ ਚੱਲਣਗੇ, ਇਸ ਲਈ ਇਹਨਾਂ ਨੂੰ ਅਸੀਂ ਕੀ ਕਹਾਂਗੇ, ਡਿਊਰੇਬਲ ਗੁੱਡਸ ਕਹਾਂਗੇ, ਡਿਊਰੇਬਲ ਗੁੱਡਸ ਕਹਾਂਗੇ। ਓਕੇ ਬੇਟਾ ਉਹਦੇ ਨਾਲ ਅਸੀਂ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਸੀਗੀ ਸੈਮੀ ਡਿਊਰੇਬਲ ਅਤੇ ਐਂਡ ਨੋਨ ਡਿਊਰੇਬਲ ਕੰਜ਼ਿਊਮਰ ਗੁੱਡਸ। ਸੈਮੀ ਡਿਊਰੇਬਲ ਗੁੱਡਸ ਕਿਹੜੇ ਹੋਣਗੇ, ਉਹ 'ਤੇ ਨਾ ਤਾਂ ਬਹੁਤ ਜ਼ਿਆਦਾ ਲੌਂਗ ਟਾਈਮ ਚੱਲਣਗੇ, ਨਾ ਹੀ ਬਹੁਤ ਘੱਟ ਸਮਾਂ ਚੱਲਣਗੇ। ਉਹਨਾਂ ਦੀ ਜੋ ਡਿਊਰੇਬਿਲਿਟੀ ਆ, ਮਿਆਦ ਹੈ, ਉਹਨਾਂ ਦੀ ਹੰਢਣਸਾਰ ਦੀ ਆਧਾਰ 'ਤੇ ਮਿਆਦ ਆ, ਉਹ
ਕੁਝ ਕੁ ਮਹੀਨੇ ਕਹਿ ਸਕਦੇ ਹਾਂ, ਮਹੀਨੇ ਹੋਏਗੀ। ਜਿਵੇਂ ਕਿ ਸਾਡਾ ਜਵੈਲਰੀ ਹੈ, ਜਵੈਲਰੀ ਕਿਹੜੀ ਹੋਏਗੀ? ਨਕਲੀ ਜਵੈਲਰੀ, ਜਿਹਨੂੰ ਅਸੀਂ ਕੀ ਕਹਾਂਗੇ? ਨਕਲੀ ਜਵੈਲਰੀ। ਠੀਕ ਹੈ, ਉਹਦੇ ਵਿੱਚ ਉਹ ਆ ਜਾਏਗੀ। ਫਿਰ ਫੁੱਟਵੇਅਰ ਆ ਜਾਣਗੇ, ਸਲੀਪਰ ਪੈਰਾਂ 'ਤੇ ਪਾਉਣ ਵਾਲੇ ਆ ਜਾਣਗੇ, ਫਿਰ ਕਲੋਥ ਆ ਜਾਣਗੇ, ਜਾਂ ਕੋਈ ਨਾਰਮਲ ਫਰਨੀਚਰ ਆ ਜਾਏਗਾ। ਠੀਕ ਹੈ, ਇਹ ਸਾਰੇ ਕਲੋਥ, ਬਰਸ਼, ਕੋਲਗੇਟ, ਇਹ ਡਿਊਰੇਬਿਲਿਟੀ ਹੈਗੀ ਹੈ ਇਹਨਾਂ ਦੀ ਸੈਮੀ ਡਿਊਰੇਬਲ 'ਚ ਆਉਣਗੇ, ਕਿ ਇਹ ਕੁਛ ਕੁ ਟਾਈਮ ਚੱਲਣਗੇ। ਠੀਕ ਹੈ, ਉਹਦੇ ਬਾਅਦ ਹੁੰਦਾ ਨੋਨ ਡਿਊਰੇਬਲ ਕੰਜ਼ਿਊਮਰ ਗੁੱਡਸ। ਨੋਨ ਡਿਊਰੇਬਲ ਕੰਜ਼ਿਊਮਰ ਗੁੱਡਸ ਕੀ ਹੋਣਗੇ? ਜਿਨ੍ਹਾਂ ਗੁੱਡਸ ਦੀ ਮਿਆਦ ਕੁਝ ਕੁ ਦਿਨ ਹੋਏਗੀ, ਭਾਵ ਕੁਝ ਕੁ ਦਿਨ ਚੱਲਣ, 4 5 6 7 ਵੱਧ ਤੋਂ ਵੱਧ ਵੀਕ ਜਾਂ ਹੋਰ 10 12 ਦਿਨ ਚੱਲ ਸਕਦੇ ਨੇ। ਜਿਵੇਂ ਕਿ ਦੁੱਧ 2 4 ਦਿਨ ਚੱਲੇਗਾ, ਬ੍ਰੈਡ 2 4 5 ਦਿਨ ਚੱਲੇਗਾ, ਮੱਖਣ ਆਦਿ। ਇਹ ਸਾਰੇ ਕਿਹੜੇ ਪ੍ਰੋਡਕਟਸ ਨੇ? ਨੋਨ ਡਿਊਰੇਬਲ ਕੰਜ਼ਿਊਮਰ ਗੁੱਡਸ, ਭਾਵ ਨਾਸ਼ਵਾਨ ਵਸਤੂਆਂ ਜਾਂ ਗੈਰ ਹੰਢਣਸਾਰ ਵਸਤੂਆਂ ਅਸੀਂ ਕਹਿ ਸਕਦੇ ਹਾਂ, ਬੋਲ ਸਕਦੇ ਹਾਂ ਇਹਨਾਂ ਨੂੰ। ਇਹ ਜ਼ਿਆਦਾ ਟਾਈਮ ਨਹੀਂ ਚੱਲਦੀ, ਇਹਨਾਂ ਦੀ ਉਮਰ ਕਾਫੀ ਘੱਟ ਹੁੰਦੀ। ਇਹ ਅਕਸਰ ਖਾਣ ਪੀਣ ਵਾਲੀਆਂ ਵਸਤੂਆਂ ਜਿਵੇਂ ਕਿ ਬ੍ਰੈਡ, ਆਂਡਾ, ਦੁੱਧ, ਫਲ, ਸਬਜ਼ੀਆਂ ਆਦਿ, ਇਸ ਕੁਛ ਟਾਈਮ ਬਾਅਦ, ਕੁਛ ਕੁ ਦਿਨ ਬਾਅਦ ਆਟੋਮੈਟਿਕਲੀ ਸੜ ਪੜ ਜਾਣਗੇ। ਠੀਕ ਹੈ, ਇਹਨਾਂ ਨੂੰ ਅਸੀਂ ਕੀ ਕਹਾਂਗੇ? ਗੈਰ ਹੰਢਣਸਾਰ ਜਾਂ ਨਾਸ਼ਵਾਨ ਵਸਤੂਆਂ ਨਾਮ ਦੇ ਨਾਲ ਵੀ ਜਾਣਾਂਗੇ। ਅੱਗੇ ਬੇਟਾ ਤੁਹਾਡਾ ਆ ਜਾਂਦਾ ਇੰਡਸਟਰੀਅਲ ਗੁੱਡਸ, ਉਦਯੋਗਿਕ ਵਸਤੂਆਂ। ਉਦਯੋਗਿਕ ਵਸਤੂਆਂ ਕੀ ਹੋਣਗੀਆਂ? ਆਪਾਂ ਪਹਿਲਾਂ ਵੀ ਡਿਸਕਸ ਕੀਤਾ ਕਿ ਇੰਡਸਟਰੀਅਲ ਗੁੱਡਸ ਕੀ ਹੋਣਗੇ। ਇੰਡਸਟਰੀਅਲ ਗੁੱਡਸ ਉਹ ਗੁੱਡਸ ਹੋਣ ਕਿ ਜਿਨ੍ਹਾਂ ਵਸਤੂਆਂ ਦੀ ਵਰਤੋਂ ਕਿਸੇ ਇੰਡਸਟਰੀ ਦੇ ਵਿੱਚ, ਔਰਗਨਾਈਜੇਸ਼ਨ ਦੇ ਵਿੱਚ, ਫੈਕਟਰੀ ਦੇ ਵਿੱਚ ਕੀਤੀ ਜਾਂਦੀ ਹੈ, ਉਹਨਾਂ ਨੂੰ ਅਸੀਂ ਇੰਡਸਟਰੀਅਲ ਗੁੱਡਸ ਕਹਿੰਦੇ ਹਾਂ। ਜਿਵੇਂ ਕਿ ਮਸ਼ੀਨਰੀ, ਕੱਚਾ ਮਾਲ, ਰਾ ਮਟੀਰੀਅਲ, ਮਸ਼ੀਨਰੀ ਹੋ ਗਈ, ਕੱਚਾ ਮਾਲ, ਰਾ ਮਟੀਰੀਅਲ। ਠੀਕ ਹੈ, ਇਹ ਆਦਿ, ਇਹ ਸਾਰੇ ਕਿਹੜੇ ਹੈ? ਇੰਡਸਟਰੀਅਲ ਗੁੱਡਸ ਹੈ, ਉਦਯੋਗਿਕ ਵਸਤੂਆਂ। ਉਦਯੋਗਾਂ ਦੇ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਬੇਟਾ ਇਹਦੇ ਵਿੱਚ ਆ ਜਾਂਦਾ ਮਟੀਰੀਅਲ ਐਂਡ ਪਾਰਟਸ, ਜਾਂ ਮਸ਼ੀਨਸ ਐਂਡ ਪਾਰਟਸ। ਮਸ਼ੀਨਾਂ ਜਾਂ ਉਹਨਾਂ ਦੇ ਪਾਰਟ ਇਹ ਚਾਹੀਦੇ ਹੁੰਦੇ, ਕਿਉਂਕਿ ਜਦੋਂ ਆਪਾਂ ਇੱਕ ਉਦਾਹਰਨ ਲੈਂਦੇ ਹਾਂ, ਸ਼ੂਗਰ ਮਿਲ ਜੇ ਤੁਸੀਂ ਨਹੀਂ ਵਿਜ਼ਿਟ ਕੀਤਾ ਤਾਂ ਤੁਸੀਂ ਉਹਦਾ ਪ੍ਰੋਸੈਸ ਦੇਖ ਸਕਦੇ ਹੋ ਕਿਸੇ ਔਨਲਾਈਨ ਗੂਗਲ 'ਤੇ ਚੈੱਕ ਕਰ ਸਕਦੇ ਹੋ। ਸ਼ੂਗਰ ਮਿਲ ਦੇ ਵਿੱਚ ਕੀ ਬਣੇਗਾ? ਸ਼ੂਗਰ ਬਣੇਗੀ, ਬਟ ਉਹਦੇ ਲਈ ਰਾ ਮਟੀਰੀਅਲ ਕੀ ਹੈ? ਮਸ਼ੀਨਾਂ ਹੈਗੀਆਂ, ਉੱਥੇ ਪੇ ਇਕੁਇਪਮੈਂਟਸ ਹੈਗੇ ਆ, ਉੱਥੇ ਪੇ ਸਪਲਾਈਜ਼ ਹੈਗੀ ਹੈ, ਉੱਥੇ ਇੰਡਸਟਰੀਅਲ ਸਰਵਿਸਿਜ਼ ਜਿਹੜੀਆਂ ਉਹ ਚਾਹੀਦੀਆਂ, ਕੈਪੀਟਲ ਗੁੱਡਸ ਚਾਹੀਦੀਆਂ। ਇਹ ਸਾਰੇ ਉਹਦੇ ਪਾਰਟ ਨੇ, ਕਿਹਦੇ? ਉਸ ਉਦਯੋਗ ਦੇ। ਕਿਹੜਾ ਉਦਯੋਗ ਹੈ? ਖੰਡ ਉਦਯੋਗ ਦੇ। ਉਸ ਦੇ ਵਿੱਚ ਮਸ਼ੀਨਰੀ ਜਿਹੜੀ ਲੱਗੀ ਆ, ਉਹਦੇ ਪਾਰਟਸ ਨੇ, ਕੈਪੀਟਲ ਗੁੱਡਸ ਚਾਹੀਦੀ ਹੈ, ਸਪਲਾਈਜ਼ ਚਾਹੀਦੀ ਹੈ, ਇੰਡਸਟਰੀਅਲ ਸਰਵਿਸਿਜ਼ ਚਾਹੀਦੀਆਂ, ਅਤੇ ਕੱਚਾ ਮਾਲ ਚਾਹੀਦਾ। ਕੱਚਾ ਮਾਲ ਉਹਦੇ ਲਈ ਕੀ ਆ? ਸ਼ੂਗਰ ਕੇਨ, ਗੰਨਾ ਜਿਹਨੂੰ ਅਸੀਂ ਕਹਿੰਦੇ ਹਾਂ। ਗੰਨਾ ਹੁੰਦਾ ਪ੍ਰੋਸੈਸ 'ਚ ਜਾ ਕੇ, ਉਹਦੇ ਬਾਅਦ ਖੰਡ ਬਣ ਜਾਂਦੀ ਹੈ। ਪ੍ਰੋਸੈਸ ਕਿਹਦੇ ਨਾਲ ਹੁੰਦਾ? ਮਸ਼ੀਨਾਂ ਰਾਹੀਂ ਹੁੰਦਾ। ਜੇ ਕੋਈ ਮਸ਼ੀਨ ਖਰਾਬ ਹੋ ਜਾਂਦੀ ਹੈ, ਉਹਨੂੰ ਕੀ ਲੋੜ ਪੈਂਦੀ ਹੈ? ਸਰਵਿਸਿਜ਼ ਦੀ ਲੋੜ ਪੈਂਦੀ ਹੈ, ਉਹਨੂੰ ਅਸੀਂ ਇੰਡਸਟਰੀਅਲ ਸਰਵਿਸਿਜ਼ ਦੀ ਲੋੜ ਪਏਗੀ। ਸਪਲਾਈਜ਼ ਕੀ ਹੈ? ਗੰਨਾ, ਕੱਚਾ ਮਾਲ, ਰਾ ਮਟੀਰੀਅਲ। ਕੈਪੀਟਲ ਗੁੱਡਸ ਕੀ ਹੈ? ਕਿ ਆਫਿਸ ਵਰਕ ਦੇ ਵਿੱਚ ਅਸੀਂ ਜੋ ਅਸੈਸਰੀਜ਼ ਸਾਡੇ ਕੋਲ ਪਈਆਂ ਹੋਈਆਂ, ਜਾਂ ਔਰਗਨਾਈਜੇਸ਼ਨ ਨੂੰ ਸਮੂਥਲੀ ਚਲਾਉਣ ਲਈ ਸਾਨੂੰ ਵਰਕ ਚਾਹੀਦਾ, ਉਹਦੇ ਲਈ ਕੈਪੀਟਲ ਚਾਹੀਦੀ ਹੈ। ਠੀਕ ਹੈ, ਉਹਦੇ ਲਈ ਕੈਪੀਟਲ ਚਾਹੀਦੀ ਹੈ, ਪੈਸੇ ਚਾਹੀਦੇ ਨੇ। ਉਹ ਸਾਰੀਆਂ ਗੁੱਡਸ ਜਿਹੜੀਆਂ ਆ ਜਾਂਦੀਆਂ, ਉਹ ਕਿਹਦੇ 'ਚ ਆਉਣਗੀਆਂ? ਕੈਪੀਟਲ ਗੁੱਡਸ ਦੇ ਵਿੱਚ ਆਉਣਗੀਆਂ। ਉੱਦਾਂ ਹੀ ਮਸ਼ੀਨਰੀ ਐਂਡ ਪਾਰਟਸ, ਉਹ ਜਿਹੜੀਆਂ ਚਾਹੀਦੀਆਂ ਸਾਨੂੰ ਉਸ ਪ੍ਰੋਸੈਸ ਦੇ ਲਈ ਪੂਰਾ ਕਰਨ ਦੀ ਮਸ਼ੀਨਰੀ ਚਾਹੀਦੀ ਹੈ। ਠੀਕ ਹੈ ਬੇਟਾ, ਉਹਨੂੰ ਅਸੀਂ ਸਾਰਿਆਂ ਨੂੰ ਕੀ ਕਹਾਂਗੇ? ਇੰਡਸਟਰੀਅਲ ਗੁੱਡਸ ਦੇ ਵਿੱਚ ਆਉਣਗੀਆਂ, ਉਦਯੋਗਿਕ ਵਸਤਾਂ ਦੇ ਵਿੱਚ ਆਉਣਗੀਆਂ। ਓਕੇ ਬੇਟਾ, ਥੈਂਕ ਯੂ ਬੱਚੇ, ਬਾਏ।